ਅੱਜ ਅਸੀਂ ਉਪਦੇਸ਼ ਸਿਰਲੇਖ ਉਸ ਸ਼ਕਤੀ ਦਾ ਸੋਤਾ ਜੋ ਪਰਮੇਸ਼ਵਰ ਦੇ ਮੁਕਤੀ ਦੇ ਕੰਮ ਨੂੰ ਪੂਰਾ ਕਰਦਾ ਹੈ ਦੇ ਹੇਠ ਪਰਮੇਸ਼ਵਰ ਦੇ ਵਚਨਾਂ ਦਾ ਅਧਿਐਨ ਕਰਨ ਦਾ ਕੁਝ ਸਮਾਂ ਲਵਾਂਗੇ। ਸਾਰੇ ਲੋਕੋ, ਜਿਵੇਂ ਅਸੀਂ ਉਸ ਸ਼ਕਤੀ ਦੇ ਸੋਤੇ ਤੇ ਧਿਆਨ ਦੇਣ ਦਾ ਸਮਾਂ ਲੈਂਦੇ ਹਾਂ ਜੋ ਪਰਮੇਸ਼ਵਰ ਦੇ ਮੁਕਤੀ ਦੇ ਕੰਮ ਨੂੰ ਪੂਰਾ ਕਰਦਾ ਹੈ, ਤਦ ਸਾਡੇ ਵਿੱਚ ਉਸ ਮਸੂਲ ਲੈਣ ਵਾਲੇ ਵਰਗਾ ਵਿਸ਼ਵਾਸ ਹੋਣਾ ਚਾਹੀਦਾ ਹੈ ਜਿਸ ਨੇ ਪ੍ਰਾਰਥਨਾ ਕੀਤੀ, ਹੇ ਪਰਮੇਸ਼ਵਰ, ਮੈਂ ਪਾਪੀ ਹਾਂ। ਕਿ ਸਿਯੋਨ ਦੇ ਮੈਂਬਰਾਂ ਨੂੰ ਸਵਰਗ ਦੇ ਰਾਜ ਦੇ ਵੱਲ ਦੌੜਦੇ ਹੋਏ ਜ਼ੋਰ ਮਾਰ ਕੇ ਆਪਣੀ ਪਾਈ ਹੋਈ ਮੁਕਤੀ ਦੀ ਕਿਰਪਾ ਦੇ ਲਈ ਹਮੇਸ਼ਾ ਧੰਨਵਾਦੀ ਅਤੇ ਆਨੰਦਿਤ ਨਹੀਂ ਰਹਿਣਾ ਚਾਹੀਦਾ? ਫਿਰ ਉਸ ਸ਼ਕਤੀ ਦਾ ਸੋਤਾ ਕੀ ਹੈ ਜੋ ਪਰਮੇਸ਼ਵਰ ਦੀ ਮੁਕਤੀ ਦੇ ਕੰਮ ਨੂੰ ਪੂਰਾ ਕਰਦਾ ਹੈ? ਆਓ ਅਸੀਂ ਕੂਚ ਅਧਿਆਇ 17 ਵਿੱਚ ਇਸ ਦਾ ਉੱਤਰ ਲੱਭੀਏ। ਕੂਚ ਅਧਿਆਇ 17 ਵਚਨ 8। ਫਿਰ ਅਮਲੇਕ ਆਏ ਅਰ ਰਫੀਦੀਮ ਵਿੱਚ ਇਜ਼ਰਾਈਲ ਨਾਲ ਲੜੇ। ਤਾਂ ਮੂਸਾ ਨੇ ਯਹੋਸ਼ੂਆ ਨੂੰ ਆਖਿਆ, ਸਾਡੇ ਲਈ ਮਨੁੱਖਾਂ ਨੂੰ ਚੁਣ ਅਰ ਨਿਕਲ ਕੇ ਅਮਾਲੇਕ ਨਾਲ ਲੜ, ਭਲਕੇ ਮੈਂ ਪਰਮੇਸ਼ਵਰ ਦਾ ਟਾਂਗਾ ਲੈ ਕੇ ਟਿੱਲੇ ਦੀ ਟੀਸੀ ਉੱਤੇ ਖੜਾ ਰਹਾਂਗਾ। ਸੋ ਯਹੋਸ਼ੂਆ ਨੇ ਤਿਵੇਂ ਹੀ ਕੀਤਾ ਜਿਵੇਂ ਉਸ ਨੂੰ ਮੂਸਾ ਨੇ ਆਖਿਆ ਸੀ। ਉਹ ਅਮਾਲੇਕ ਦੇ ਨਾਲ ਲੜਿਆ ਅਤੇ ਮੂਸਾ, ਹਾरून ਅਰ ਹੂਰ ਟਿੱਲੇ ਦੀ ਟੀਸੀ ਉੱਤੇ ਚੜੇ। ਤਾਂ ਇਉਂ ਹੋਇਆ ਕਿ ਜਦ ਮੂਸਾ ਆਪਣਾ ਹੱਥ ਚੁੱਕਦਾ ਸੀ ਤਾਂ ਇਜ਼ਰਾਈਲ ਜਿੱਤਦਾ ਸੀ, ਅਰ ਜਦ ਆਪਣਾ ਹੱਥ ਨੀਵਾਂ ਕਰ ਲੈਂਦਾ ਸੀ ਤਾਂ ਅਮਾਲੇਕ ਜਿੱਤਦਾ ਸੀ। ਪਰ ਮੂਸਾ ਦੇ ਹੱਥ ਭਾਰੀ ਹੋ ਗਏ ਤਾਂ ਉਹਨਾਂ ਨੇ ਪੱਥਰ ਲੈ ਕੇ ਉਸ ਦੇ ਹੇਠ ਧਰ ਦਿੱਤਾ ਅਰ ਉਹ ਉਸ ਉੱਤੇ ਬੈਠ ਗਿਆ। ਅਰ ਹਾरून ਅਤੇ ਹੂਰ ਨੇ ਇੱਕ ਪਾਸਿਓਂ ਅਤੇ ਦੂਜੇ ਨੇ ਦੂਜੇ ਪਾਸਿਓਂ ਉਸ ਦੇ ਹੱਥਾਂ ਨੂੰ ਸਾਂਭ ਛੱਡਿਆ। ਤਾਂ ਉਸ ਦੇ ਹੱਥ ਸੂਰਜ ਦੇ ਆਥਣ ਤੀਕ ਤਕੜੇ ਰਹੇ। ਅਰ ਯਹੋਸ਼ੂਆ ਨੇ ਅਮਾਲੇਕ ਅਤੇ ਉਸ ਦੇ ਲੋਕਾਂ ਨੂੰ ਤਲਵਾਰ ਦੀ ਧਾਰ ਨਾਲ ਹਰਾ ਦਿੱਤਾ। ਜੰਗਲ ਵਿੱਚ 40 ਸਾਲ ਦੀ ਉਹਨਾਂ ਦੀ ਯਾਤਰਾ ਵਿੱਚ ਅਮਾਲੇਕੀਆਂ ਦੇ ਵਿਰੁੱਧ ਲੜਾਈ ਵਿੱਚ ਪਰਮੇਸ਼ਵਰ ਦਾ ਅਦਭੁਤ ਕੰਮ ਹੋਇਆ। ਮੂਸਾ ਨੇ ਯਹੋਸ਼ੂਆ ਨੂੰ ਲੜਾਈ ਦੇ ਮੋਰਚੇ ਤੇ ਰੱਖਿਆ ਅਤੇ ਯਹੋਸ਼ੂਆ ਨੇ ਅਮਾਲੇਕੀਆਂ ਦੇ ਵਿਰੁੱਧ ਲੜਾਈ ਵਿੱਚ ਇਜ਼ਰਾਈਲੀ ਸੈਨਾ ਦੀ ਅਗਵਾਈ ਕੀਤੀ। ਲੜਾਈ ਭਿਆਨਕ ਸੀ। ਇੱਕ ਪਲ ਵਿੱਚ ਅਮਾਲੇਕੀਆਂ ਦੀ ਜਿੱਤ ਹੋ ਰਹੀ ਸੀ ਅਤੇ ਦੂਸਰੇ ਪਲ ਵਿੱਚ ਇਜ਼ਰਾਈਲੀਆਂ ਦੀ ਜਿੱਤ ਹੋ ਰਹੀ ਸੀ। ਇਹ ਹਾਲਾਤ ਜਾਰੀ ਰਿਹਾ। ਆਗੂ ਕ੍ਰਿਸ਼ਮਾਈ ਹੋਣ ਅਤੇ ਉਸ ਦੇ ਕੋਲ ਯੁੱਧ ਦੀ ਵੱਡੀ ਰਣਨੀਤੀ ਹੋਣ ਤੇ ਵੀ ਕੁਝ ਸਪਸ਼ਟ ਕਾਰਨ ਸੀ ਕਿ ਇਜ਼ਰਾਈਲੀ ਕਿਉਂ ਹਾਰ ਰਹੇ ਸੀ। ਕਾਰਨ ਕੀ ਸੀ? ਇਹ ਇਸ ਲਈ ਸੀ ਕਿਉਂਕਿ ਮੂਸਾ ਨੇ ਪਹਾੜੀ ਦੇ ਸਿਰੇ ਤੇ ਆਪਣਾ ਹੱਥ ਹੇਠਾਂ ਕਰ ਦਿੱਤਾ ਸੀ। ਕਿਸੇ ਵੀ ਪ੍ਰਕਾਰ ਦੀ ਰਣਨੀਤੀ ਦਾ ਇਸਤੇਮਾਲ ਕਰਨ ਜਾਂ ਹਿੰਮਤ ਨਾਲ ਲੜਨ ਤੇ ਵੀ ਇਜ਼ਰਾਈਲੀ ਬੇਸਹਾਰਾ ਹੋ ਕੇ ਹਾਰ ਰਹੇ ਸੀ। ਫਿਰ ਵੀ ਦੂਸਰੇ ਪਲ ਵਿੱਚ ਇਜ਼ਰਾਈਲੀ ਫਿਰ ਤੋਂ ਜਿੱਤ ਰਹੇ ਸੀ। ਇਸ ਦਾ ਕਾਰਨ ਕੀ ਸੀ? ਜਦੋਂ ਉਹਨਾਂ ਨੇ ਪਹਾੜੀ ਦੇ ਵੱਲ ਦੇਖਿਆ ਤਦ ਮੂਸਾ ਨੇ ਆਪਣਾ ਹੱਥ ਚੁੱਕਿਆ ਹੋਇਆ ਸੀ। ਜਦੋਂ ਮੂਸਾ ਆਪਣਾ ਹੱਥ ਚੁੱਕੀ ਰੱਖਦਾ ਸੀ ਤਦ ਇਜ਼ਰਾਈਲੀ ਜਿੱਤੇ ਜਾਂਦੇ ਸੀ ਅਤੇ ਜਦੋਂ ਉਹ ਆਪਣਾ ਹੱਥ ਹੇਠਾਂ ਕਰਦਾ ਤਦ ਇਜ਼ਰਾਈਲੀ ਹਾਰ ਜਾਂਦੇ ਸੀ। ਇਸ ਗੱਲ ਦੁਆਰਾ ਸਾਨੂੰ ਚਾਹੀਦਾ ਹੈ ਕਿ ਅੱਜ ਅਸੀਂ ਪਰਮੇਸ਼ਵਰ ਦੇ ਨਾਲ ਦੇ ਆਪਣੇ ਸੰਬੰਧ ਤੇ ਵਿਚਾਰ ਕਰੀਏ। ਭਾਵੇਂ ਹੀ ਸਾਡੇ ਕੋਲ ਬੁੱਧੀਮਾਨ ਅਤੇ ਹੋਸ਼ਿਆਰ ਆਗੂ ਹੋਵੇ, ਪਰ ਕੀ ਹੋਵੇਗਾ ਜੇਕਰ ਪਰਮੇਸ਼ਵਰ ਸਾਡੀ ਮਦਦ ਨਾ ਕਰਨ ਤਾਂ? ਕੀ ਮੁਕਤੀ ਦਾ ਕੰਮ ਪੂਰਾ ਹੋ ਸਕੇਗਾ? ਕਦੇ ਨਹੀਂ। ਜਦੋਂ ਮੂਸਾ ਆਪਣਾ ਹੱਥ ਚੁੱਕੀ ਰੱਖਦਾ ਸੀ ਤਦ ਪਰਮੇਸ਼ਵਰ ਦੀ ਮਦਦ ਨਾਲ ਇਜ਼ਰਾਈਲੀ ਜਿੱਤ ਜਾਂਦੇ ਸੀ। ਜਿੱਤ ਕਿਸੇ ਵੀ ਰੀਤੀ ਨਾਲ ਮੂਸਾ, ਹਾरून ਜਾਂ ਇਜ਼ਰਾਈਲੀ ਸੈਨਾ ਤੇ ਟਿਕੀ ਨਹੀਂ ਹੋਈ ਸੀ। ਇਜ਼ਰਾਈਲੀਆਂ ਅਤੇ ਅਮਾਲੇਕੀਆਂ ਦੇ ਵਿੱਚ ਹੋ ਰਹੀ ਲੜਾਈ ਦਾ ਨਤੀਜਾ ਸਿਰਫ ਇਸ ਗੱਲ ਤੇ ਟਿਕਿਆ ਸੀ ਕਿ ਮੂਸਾ ਆਪਣਾ ਹੱਥ ਚੁੱਕ ਕੇ ਰੱਖਦਾ ਹੈ ਜਾਂ ਨੀਵਾਂ ਕਰਦਾ ਹੈ। ਭਾਵੇਂ ਹੀ ਲੋਕ ਇਕੱਠੇ ਰੈਲੀ ਤੇ ਬਹੁਤ ਕੋਸ਼ਿਸ਼ ਕਰਨ, ਪਰ ਕੀ ਤੁਹਾਨੂੰ ਲੱਗਦਾ ਹੈ ਕਿ ਪਰਮੇਸ਼ਵਰ ਦੇ ਮੁਕਤੀ ਦੇ ਕੰਮ ਦੀ ਅਗਵਾਈ ਕੀਤੇ ਬਿਨਾਂ ਅਤੇ ਪਰਮੇਸ਼ਵਰ ਦੀ ਮਦਦ ਤੋਂ ਬਿਨਾਂ
ਵਿਸ਼ਵ ਖੁਸ਼ਖਬਰੀ ਪੂਰੀ ਹੋ ਸਕੇਗੀ? ਇਸ ਤਰ੍ਹਾਂ ਬਿਲਕੁਲ ਅਸੰਭਵ ਹੈ। ਜਿਵੇਂ ਯਹੋਸ਼ੂਆ ਅਤੇ ਇਜ਼ਰਾਈਲੀ ਸੈਨਾ ਦੇ ਮਾਮਲੇ ਵਿੱਚ ਹੋਇਆ ਸੀ, ਉਸੇ ਤਰ੍ਹਾਂ ਹੀ ਇਸ ਯੁੱਗ ਵਿੱਚ ਸਾਨੂੰ ਕਿਸ ਦੀ ਮਦਦ ਅਤੇ ਸ਼ਕਤੀ ਦੀ ਜ਼ਰੂਰਤ ਹੈ? ਸਾਨੂੰ ਪੂਰੀ ਤਰ੍ਹਾਂ ਨਾਲ ਪਰਮੇਸ਼ਵਰ ਦੀ ਮਦਦ, ਪਰਮੇਸ਼ਵਰ ਦੀਆਂ ਪ੍ਰਾਰਥਨਾਵਾਂ ਅਤੇ ਪਰਮੇਸ਼ਵਰ ਦੇ ਹੌਸਲੇ ਦੀ ਜ਼ਰੂਰਤ ਹੈ। ਇਹਨਾਂ ਸਭ ਦੇ ਬਿਨਾਂ ਵਿਸ਼ਵ ਖੁਸ਼ਖਬਰੀ ਕਦੀ ਵੀ ਪੂਰੀ ਨਹੀਂ ਹੋ ਸਕੇਗੀ। ਪਰਮੇਸ਼ਵਰ ਨੇ ਸਾਨੂੰ ਇਜ਼ਰਾਈਲੀਆਂ ਦਾ ਇਤਿਹਾਸ ਕਿਉਂ ਦਿਖਾਇਆ? ਇਹ ਸਾਨੂੰ ਇਸ ਗੱਲ ਦਾ ਗਿਆਨ ਦੇਣ ਦੇ ਲਈ ਸੀ ਕਿ ਪੁਰਾਣੇ ਨਿਯਮ ਦੇ ਸਾਰੇ ਕੰਮ ਪਰਛਾਵਾਂ ਹੈ ਜੋ ਇਸ ਯੁੱਗ ਵਿੱਚ ਪੱਕੀ ਤਰ੍ਹਾਂ ਨਾਲ ਪੂਰੇ ਹੋਣਗੇ। ਹੋ ਸਕਦਾ ਹੈ ਯਹੋਸ਼ੂਆ ਬਹੁਤ ਦਬੰਗ ਸੀ, ਪਰ ਜਦੋਂ ਤੱਕ ਮੂਸਾ ਆਪਣਾ ਹੱਥ ਨੀਵਾਂ ਕਰਦਾ, ਤਦ ਤੱਕ ਸੈਂਕੜੇ ਹਜ਼ਾਰਾਂ ਬਹਾਦਰ ਸੈਨਿਕਾਂ ਨੂੰ ਲੈ ਕੇ ਵੀ ਉਹ ਜਿੱਤ ਨਹੀਂ ਸਕਦੇ ਸੀ। ਉਸ ਤਰ੍ਹਾਂ ਹੁਣ ਜਦੋਂ ਅਸੀਂ ਖੁਸ਼ਖਬਰੀ ਦਾ ਅੰਤਮ ਕੰਮ ਕਰ ਰਹੇ ਹਾਂ, ਤਦ ਸਾਨੂੰ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਸਾਰੀ ਸ਼ਕਤੀ ਦੇ ਸੋਤੇ ਅਰਥਾਤ ਪਰਮੇਸ਼ਵਰ ਨੂੰ ਯਾਦ ਕਰੀਏ। ਆਓ ਅਸੀਂ ਕੂਚ ਅਧਿਆਇ 14 ਵਚਨ 10 ਦੇਖੀਏ। ਜਦ ਫਿਰੌਨ ਨੇੜੇ ਆਇਆ ਤਾਂ ਇਜ਼ਰਾਈਲੀਆਂ ਨੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਵੇਖੋ ਮਿਸਰੀ ਉਹਨਾਂ ਦੇ ਪਿੱਛੇ ਪਿੱਛੇ ਆ ਰਹੇ ਸਨ, ਤਾਂ ਉਹ ਬਹੁਤ ਹੀ ਡਰੇ ਔਰ ਇਜ਼ਰਾਈਲੀਆਂ ਨੇ ਯਹੋਵਾ ਦੇ ਅੱਗੇ ਤਰਲੇ ਕੀਤੇ। ਉਪਰੰਤ ਉਹਨਾਂ ਨੇ ਮੂਸਾ ਨੂੰ ਆਖਿਆ ਕਿ ਮਿਸਰ ਵਿੱਚ ਕਬਰਾਂ ਨਹੀਂ ਸਨ ਕਿ ਤੂੰ ਸਾਨੂੰ ਮਰਨ ਲਈ ਉਜਾੜ ਵਿੱਚ ਲਿਆਇਆ ਹੈ। ਇਹ ਤੈਂ ਸਾਡੇ ਨਾਲ ਕੀ ਕੀਤਾ ਜੋ ਸਾਨੂੰ ਮਿਸਰੋਂ ਕੱਢ ਲਿਆਇਆ ਹੈ? ਇਹ ਉਹ ਹੀ ਗੱਲ ਤਾਂ ਨਹੀਂ ਜਿਹੜੀ ਅਸਾਂ ਤੈਨੂੰ ਮਿਸਰ ਵਿੱਚ ਆਖੀ ਸੀ, ਭਾਈ ਸਾਨੂੰ ਰਹਿਣ ਦੇ ਕਿ ਅਸੀਂ ਮਿਸਰੀਆਂ ਦੀ ਟਹਿਲ ਕਰੀਏ, ਕਿਉਂਕਿ ਸਾਨੂੰ ਮਿਸਰੀਆਂ ਦੀ ਟਹਿਲ ਕਰਨੀ ਉਜਾੜ ਵਿੱਚ ਮਰਨ ਨਾਲੋਂ ਚੰਗੀ ਸੀ। ਤਾਂ ਮੂਸਾ ਨੇ ਪ੍ਰਜਾ ਨੂੰ ਆਖਿਆ, ਨਾ ਡਰੋ, ਖੜੇ ਰਹੋ ਔਰ ਯਹੋਵਾ ਦੇ ਬਚਾਓ ਨੂੰ ਵੇਖੋ ਜਿਹੜਾ ਅੱਜ ਦੇ ਦਿਨ ਤੁਹਾਡੇ ਲਈ ਕਰੇਗਾ, ਕਿਉਂਕਿ ਜਿਹੜੇ ਮਿਸਰੀ ਤੁਸੀਂ ਅੱਜ ਵੇਖਦੇ ਹੋ ਫਿਰ ਸਦਾ ਤੱਕ ਕਦੀ ਨਾ ਵੇਖੋਗੇ। ਯਹੋਵਾ ਤੁਹਾਡੇ ਲਈ ਜੰਗ ਕਰੇਗਾ, ਪਰ ਤੁਸਾਂ ਚੁੱਪ ਹੀ ਰਹਿਣਾ। ਤਾਂ ਯਹੋਵਾ ਨੇ ਮੂਸਾ ਨੂੰ ਆਖਿਆ, ਤੂੰ ਕਿਉਂ ਮੇਰੇ ਤਰਲੇ ਕਰਦਾ ਹੈ? ਇਜ਼ਰਾਈਲੀਆਂ ਨਾਲ ਗੱਲ ਕਰ ਕਿ ਉਹ ਅੱਗੇ ਤੁਰਨ। ਤੂੰ ਆਪਣਾ ਟਾਂਗਾ ਚੁੱਕ ਔਰ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਔਰ ਉਸ ਨੂੰ 2 ਭਾਗ ਕਰ ਦੇ, ਭਾਈ ਇਜ਼ਰਾਈਲੀ ਸਮੁੰਦਰ ਦੇ ਵਿੱਚ ਦੀ ਸੁੱਕੀ ਥਾਂ ਥਾਣੀ ਲੰਘ ਜਾਣ। ਵੇਖ, ਮੈਂ ਮਿਸਰੀਆਂ ਦੇ ਮਨ ਕਠੋਰ ਹੋਣ ਦੇਵਾਂਗਾ ਔਰ ਉਹ ਉਹਨਾਂ ਦੇ ਪਿੱਛੇ ਜਾਣਗੇ, ਔਰ ਮੈਂ ਫਿਰੌਨ ਔਰ ਉਸ ਦੀ ਸਾਰੀ ਫੌਜ ਔਰ ਰਥਾਂ ਔਰ ਘੋੜਚੜਿਆਂ ਤੋਂ ਆਦਰ ਪਾਵਾਂਗਾ। ਜਦ ਮੈਂ ਫਿਰੌਨ, ਉਸ ਦੇ ਰਥਾਂ ਔਰ ਉਸ ਦੇ ਘੋੜਚੜਿਆਂ ਤੋਂ ਆਦਰ ਪਾਵਾਂਗਾ, ਤਦ ਮਿਸਰੀ ਜਾਣਨਗੇ ਕਿ ਮੈਂ ਯਹੋਵਾ ਹਾਂ। ਔਰ ਪਰਮੇਸ਼ਵਰ ਦਾ ਦੂਤ ਜਿਹੜਾ ਇਜ਼ਰਾਈਲ ਦੇ ਡੇਰੇ ਦੇ ਅੱਗੇ ਤੁਰਿਆ ਜਾਂਦਾ ਸੀ, ਮੁੜਿਆ ਅਤੇ ਉਹਨਾਂ ਦੇ ਪਿੱਛੇ ਚਲਿਆ ਗਿਆ ਔਰ ਬੱਦਲ ਦਾ ਥੰਮ ਉਹਨਾਂ ਦੇ ਅੱਗੋਂ ਮੁੜ ਕੇ ਪਿੱਛੇ ਆ ਖਲੋਤਾ। ਉਹ ਮਿਸਰੀਆਂ ਦੇ ਡੇਰੇ ਔਰ ਇਜ਼ਰਾਈਲ ਦੇ ਡੇਰੇ ਦੇ ਵਿੱਚ ਆ ਗਿਆ ਅਤੇ ਬੱਦਲ ਔਰ ਹਨੇਰ ਤਾਂ ਸੀ, ਪਰ ਉਸ ਨੇ ਰਾਤ ਨੂੰ ਚਾਨਣਾ ਕਰ ਦਿੱਤਾ ਅਤੇ ਉਹ ਸਾਰੀ ਰਾਤ ਇੱਕ ਦੂਜੇ ਦੇ ਨੇੜੇ ਨਾ ਆਏ। ਤਾਂ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ ਔਰ ਯਹੋਵਾ ਨੇ ਤੇਜਪੁਰੇ ਦੀ ਹਵਾ ਸਾਰੀ ਰਾਤ ਵਗਾ ਕੇ ਸਮੁੰਦਰ ਨੂੰ ਪਿੱਛੇ ਹਟਾ ਦਿੱਤਾ ਅਤੇ ਸਮੁੰਦਰ ਨੂੰ ਸੁਕਾ ਦਿੱਤਾ ਔਰ ਪਾਣੀ ਦੇ 2 ਭਾਗ ਹੋ ਗਏ। ਮਿਸਰ ਤੋਂ ਦੁੱਧ ਅਤੇ ਸ਼ਹਿਦ ਦੇ ਦੇਸ਼ ਕਨਾਨ ਤੱਕ ਦੀ ਉਹਨਾਂ ਦੀ ਯਾਤਰਾ ਦੇ ਦੌਰਾਨ ਇਜ਼ਰਾਈਲੀਆਂ ਦੇ ਲਈ ਸਭ ਤੋਂ ਵੱਡੀ ਰੁਕਾਵਟ ਲਾਲ ਸਮੁੰਦਰ ਸੀ। ਲਾਲ ਸਮੁੰਦਰ ਬਹੁਤ ਡੂੰਘਾ ਹੈ ਅਤੇ ਇਹ ਇੱਕ ਪਾਸੇ ਤੋਂ ਦੂਸਰੇ ਪਾਸੇ ਤੱਕ ਬਹੁਤ ਚੌੜਾ ਵੀ ਹੈ। ਪਰ ਜਦੋਂ ਉਹਨਾਂ ਦੇ ਨਾਲ ਪਰਮੇਸ਼ਵਰ ਸੀ, ਤਦ ਲਾਲ ਸਮੁੰਦਰ ਦੇ ਨਾਲ ਕੀ ਹੋਇਆ, ਜੋ ਪਾਰ ਕਰਨ ਵਿੱਚ ਬਹੁਤ ਹੀ ਚੌੜਾ ਅਤੇ ਡੂੰਘਾ ਲੱਗ ਰਿਹਾ ਸੀ, ਉਹ ਇੱਕ ਹੀ ਪਲ ਵਿੱਚ ਵੰਡਿਆ ਗਿਆ, ਜਿਸ ਨਾਲ ਇਜ਼ਰਾਈਲੀ ਸੁੱਕੀ ਥਾਂ ਵਿੱਚੋਂ ਹੋ ਕੇ ਪਾਰ ਕਰ ਸਕੇ। ਪਰਮੇਸ਼ਵਰ ਦੇ ਉਹਨਾਂ ਦੀ ਮਦਦ ਕਰਨ ਤੋਂ ਪਹਿਲਾਂ ਲਾਲ ਸਮੁੰਦਰ ਇਜ਼ਰਾਈਲੀਆਂ ਦੇ ਲਈ ਇਸ ਤਰ੍ਹਾਂ ਦੀ ਵੱਡੀ ਰੁਕਾਵਟ ਸੀ ਜਿਸ ਨਾਲ ਉਹ ਪਾਰ ਨਹੀਂ ਹੋ ਸਕਦੇ ਸੀ। ਉਸ ਸਮੁੰਦਰ ਨੂੰ ਪਾਰ ਕਰਨ ਦੇ ਲਈ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਜੋ ਇਹ ਕਰ ਸਕਦੇ ਸੀ। ਪਰ ਜਦੋਂ ਪਰਮੇਸ਼ਵਰ ਨੇ ਉਹਨਾਂ ਦੀ ਮਦਦ ਕੀਤੀ ਅਤੇ ਉਹਨਾਂ ਦੇ ਨਾਲ ਰਹੇ, ਤਦ ਕੀ ਹੋਇਆ? ਲਾਲ ਸਮੁੰਦਰ ਹੁਣ ਰੁਕਾਵਟ ਨਹੀਂ ਰਿਹਾ, ਪਰ ਇਸ ਦੇ ਬਦਲੇ ਇਸ ਨਾਲ ਇਜ਼ਰਾਈਲੀਆਂ ਨੂੰ ਉਮੀਦ ਤੋਂ ਪਰੇ ਸ਼ਾਰਟਕਟ ਮਿਲਿਆ। ਇਸ ਸ਼ਾਰਟਕਟ ਨਾਲ ਇਜ਼ਰਾਈਲੀਆਂ ਨੂੰ ਆਸਾਨੀ ਨਾਲ ਲਾਲ ਸਮੁੰਦਰ ਪਾਰ ਕਰਨ ਅਤੇ ਇੱਕ ਹੀ ਵਾਰ ਵਿੱਚ ਵੈਰੀਆਂ ਨੂੰ ਨਸ਼ਟ ਕਰਨ ਵਿੱਚ ਮਦਦ ਮਿਲੀ। ਲਾਲ ਸਮੁੰਦਰ ਉਹਨਾਂ ਦੀ ਮੁਕਤੀ ਦੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਸਾਧਨ ਬਣਿਆ। ਜਦੋਂ ਉਹਨਾਂ ਨੇ ਲਾਲ ਸਮੁੰਦਰ ਪਾਰ ਕੀਤਾ, ਤਦ ਉਹ ਨਾ ਤਾਂ ਮੂਸਾ, ਨਾ ਇਜ਼ਰਾਈਲੀ ਅਤੇ ਨਾ ਹੀ ਮੂਸਾ ਦੀ ਸੋਟੀ ਸੀ ਜਿਸ ਨੇ ਇਸ ਕੰਮ ਨੂੰ ਪੂਰਾ ਕੀਤਾ। ਪੀੜ੍ਹੀ ਦਰ ਪੀੜ੍ਹੀ ਲਾਲ ਸਮੁੰਦਰ ਨੂੰ ਸੁੱਕੀ ਥਾਂ ਵਿੱਚ ਬਦਲਣ ਦੇ ਲਈ, ਸਾਰਾ ਪਾਣੀ ਹਟਾਉਣ ਤੇ ਵੀ
ਇਹ ਕੰਮ ਪੂਰਾ ਨਹੀਂ ਹੋ ਸਕਦਾ ਸੀ। ਇਹ ਇਸ ਤਰ੍ਹਾਂ ਦਾ ਕੰਮ ਨਹੀਂ ਹੈ ਜੋ ਵੱਡੀਆਂ-ਵੱਡੀਆਂ ਕੋਸ਼ਿਸ਼ਾਂ ਨਾਲ ਪੂਰਾ ਹੋ ਸਕਦਾ ਹੈ। ਇਹ ਬਸ ਅਸੰਭਵ ਹੈ। ਇਹ ਸਿਰਫ ਮਨੁੱਖਾਂ ਦੇ ਹੁਨਰ ਨਾਲ ਪੂਰੀ ਤਰ੍ਹਾਂ ਅਸੰਭਵ ਹੈ। ਪਰ ਜਦੋਂ ਪਰਮੇਸ਼ਵਰ ਨੇ ਇਸ ਕੰਮ ਨੂੰ ਕੀਤਾ ਤਦ ਨਤੀਜਾ ਕੀ ਸੀ? ਇਜ਼ਰਾਈਲੀ ਇਹ ਨਾ ਜਾਣ ਕੇ ਕਿ ਕੀ ਕਰਨਾ ਹੈ ਪਿੱਛੇ ਹਟ ਗਏ। ਕੀ ਹੋਇਆ ਜਦੋਂ ਮੂਸਾ ਆਪਣਾ ਹੱਥ ਚੁੱਕੀ ਰੱਖਦਾ ਤਦ ਕੀ ਉਹਨਾਂ ਵਿੱਚ ਆਪਣੇ ਵੈਰੀਆਂ ਨੂੰ ਹਰਾਉਣ ਦੀ ਸ਼ਕਤੀ ਨਹੀਂ ਆਈ? ਸਾਰੇ ਲੋਕੋ, ਭਾਵੇਂ ਅਸੀਂ ਕਿਤੇ ਵੀ ਹੋਈਏ, ਜੇਕਰ ਪਰਮੇਸ਼ਵਰ ਸਾਡੇ ਨਾਲ ਹੋਣ ਤਾਂ ਰੁਕਾਵਟਾਂ ਹੁਣ ਹੋਰ ਰੁਕਾਵਟਾਂ ਨਹੀਂ ਹਨ। ਇਸ ਦੇ ਬਦਲੇ ਉਹ ਰੁਕਾਵਟ ਇਸ ਤਰ੍ਹਾਂ ਦਾ ਸਾਧਨ ਬਣ ਸਕਦੀ ਹੈ ਜਿਸ ਨਾਲ ਸਾਨੂੰ ਮਦਦ ਅਤੇ ਸੁਰੱਖਿਆ ਮਿਲੇਗੀ। ਅਸੀਂ ਬਾਈਬਲ ਦੇ ਜ਼ਰੀਏ ਇਸ ਪ੍ਰਕਾਰ ਦੇ ਕੰਮ ਨੂੰ ਬਹੁਤ ਵਾਰ ਦੇਖ ਸਕਦੇ ਹਾਂ। ਹਰ ਗੋਤਰ ਦੇ ਆਗੂਆਂ ਨੇ ਸੋਚਿਆ ਹੋਵੇਗਾ 30 ਲੱਖ ਤੋਂ ਜ਼ਿਆਦਾ ਲੋਕਾਂ ਦੀ ਆਬਾਦੀ, ਆਪਣੇ ਸਾਰੇ ਸਮਾਨ ਅਤੇ ਗਾਵਾਂ ਭੇਡਾਂ ਦੇ ਝੁੰਡ ਨੂੰ ਅਸੀਂ ਸਮੁੰਦਰੋਂ ਪਾਰ ਕਿਵੇਂ ਲੈ ਜਾ ਸਕਾਂਗੇ? ਸਿਰਫ ਲਾਲ ਸਮੁੰਦਰ ਨੂੰ ਹੀ ਪਾਰ ਕਰਨਾ ਵੀ ਆਸਾਨ ਕੰਮ ਨਹੀਂ ਸੀ। ਪਰ ਜਦੋਂ ਪਰਮੇਸ਼ਵਰ ਨੇ ਉਹਨਾਂ ਦੀ ਮਦਦ ਕੀਤੀ ਤਦ ਇਹ ਬਹੁਤ ਹੀ ਆਸਾਨ ਕੰਮ ਬਣ ਗਿਆ ਅਤੇ ਸਾਰੇ ਇਜ਼ਰਾਈਲੀ ਕੁਝ ਹੀ ਸਮੇਂ ਵਿੱਚ ਸੁਰੱਖਿਅਤ ਰੂਪ ਨਾਲ ਲਾਲ ਸਮੁੰਦਰ ਨੂੰ ਪਾਰ ਕਰ ਸਕੇ। ਅਸੀਂ ਇਸ ਹੈਰਾਨ ਕਰਨ ਵਾਲੇ ਦ੍ਰਿਸ਼ ਨੂੰ ਕੂਚ 14 ਵਿੱਚ ਦੇਖ ਸਕਦੇ ਹਾਂ। ਭਰਾਵੋ ਅਤੇ ਭੈਣੋ, ਇਸ ਅੰਤਿਮ ਯੁੱਗ ਵਿੱਚ ਜੇਕਰ ਸਾਨੂੰ ਲੱਗਦਾ ਹੈ ਕਿ ਅਸੀਂ ਹੀ ਸਭ ਕੁਝ ਪੂਰਾ ਕਰਾਂਗੇ ਤਦ ਖੁਸ਼ਖਬਰੀ ਦਾ ਕੰਮ ਹੌਲੀ ਹੋਵੇਗਾ। ਅਸੀਂ ਸਫਲ ਨਹੀਂ ਹੋਵਾਂਗੇ। ਇਸ ਪ੍ਰਕਾਰ ਦੀ ਮਾਨਸਿਕਤਾ ਨਾਲ ਖੁਸ਼ਖਬਰੀ ਦਾ ਕੰਮ ਚੰਗਾ ਨਹੀਂ ਹੋਵੇਗਾ। ਪਰਮੇਸ਼ਵਰ ਨੇ ਇਸ ਨੂੰ ਇਸ ਤਰ੍ਹਾਂ ਨਾਲ ਹੀ ਬਣਾਇਆ। ਖੁਸ਼ਖਬਰੀ ਦਾ ਕੰਮ ਤਦ ਚੰਗਾ ਹੋਵੇਗਾ ਜਦੋਂ ਅਸੀਂ ਪਰਮੇਸ਼ਵਰ ਦੀ ਅਪਾਰ ਸ਼ਕਤੀ ਦਾ ਅਹਿਸਾਸ ਕਰਕੇ ਅਤੇ ਉਹਨਾਂ ਤੋਂ ਮਦਦ ਮੰਗ ਕੇ ਪਰਮੇਸ਼ਵਰ ਨੂੰ ਸਹੀ ਤਰ੍ਹਾਂ ਨਾਲ ਸਮਝਦੇ ਹਾਂ। ਸਾਰਾ ਕੁਝ ਪਿਤਾ ਤੇ ਮਾਤਾ ਜੀ ਦੀ ਇੱਛਾ ਦੇ ਅਨੁਸਾਰ ਪੂਰਾ ਹੋਵੇਗਾ। ਸਾਰੇ ਦੇਸ਼ਾਂ ਨੂੰ ਖੁਸ਼ਖਬਰੀ ਪ੍ਰਚਾਰ ਕਰਨ ਦੇ ਲਈ ਪਰਮੇਸ਼ਵਰ ਸਾਨੂੰ ਜਿੰਨਾ ਚਾਹੀਦਾ ਹੈ ਉਨਾ ਪ੍ਰਦਾਨ ਕਰਨਗੇ। ਉਹ ਸਾਡੇ ਵਿਸ਼ਵਾਸ ਨੂੰ ਦੇਖਦੇ ਹਨ ਅਤੇ ਸਾਡੇ ਅਹਿਸਾਸ ਦੇ ਅਨੁਸਾਰ ਖੁਸ਼ਖਬਰੀ ਨੂੰ ਵਧਣ ਦਿੰਦੇ ਹਨ। ਆਓ ਅਸੀਂ ਇਹਨਾਂ ਸਿੱਖਿਆਵਾਂ ਨੂੰ ਹਮੇਸ਼ਾ ਆਪਣੇ ਦਿਲਾਂ ਤੇ ਲਿਖੀਏ। ਖੁਸ਼ਖਬਰੀ ਦੀ ਸਫਲਤਾ ਕਿਸੇ ਪੱਕੇ ਥਾਂ ਤੇ ਭੇਜੇ ਗਏ ਮਿਸ਼ਨਰੀ ਜਾਂ ਪਾਦਰੀ ਤੇ ਨਿਰਭਰ ਨਹੀਂ ਕਰਦੀ। ਮਨੁੱਖ ਵਿੱਚ ਖੁਸ਼ਖਬਰੀ ਦੇ ਨਤੀਜੇ ਵਿੱਚ ਬਦਲਾਵ ਲਿਆਉਣ ਦੀ ਸ਼ਕਤੀ ਨਹੀਂ ਹੈ। ਇਸ ਲਈ ਜੇਕਰ ਪਰਮੇਸ਼ਵਰ ਚਾਹੁੰਦੇ ਹੋਣ ਤਦ ਇੱਥੋਂ ਤੱਕ ਕਿ ਸਧਾਰਨ ਆਜੜੀ ਦੀ ਇੱਕ ਸੋਟੀ ਵੀ ਲਾਲ ਸਮੁੰਦਰ ਨੂੰ ਵੰਡਣ ਵਿੱਚ ਅਪਾਰ ਸ਼ਕਤੀ ਪ੍ਰਾਪਤ ਕਰ ਸਕਦੀ ਹੈ। ਆਓ ਅਸੀਂ ਇਸ ਗੱਲ ਤੇ ਪੂਰੀ ਤਰ੍ਹਾਂ ਨਾਲ ਵਿਸ਼ਵਾਸ ਕਰੀਏ। ਸਾਰੀ ਸ਼ਕਤੀ ਦਾ ਸੋਤਾ ਕੌਣ ਹੈ? ਇਹ ਸ਼ਕਤੀ ਕਿੱਥੋਂ ਆਉਂਦੀ ਹੈ? ਇਹ ਪਰਮੇਸ਼ਵਰ ਤੋਂ ਆਉਂਦੀ ਹੈ। ਕਿਉਂਕਿ ਪਰਮੇਸ਼ਵਰ ਨੇ ਸਾਨੂੰ ਇਹ ਮਿਸ਼ਨ ਸੌਂਪਿਆ ਹੈ, ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣਾ ਸਭ ਤੋਂ ਉੱਤਮ ਦੇ ਕੇ ਪਰਮੇਸ਼ਵਰ ਦਾ ਕੰਮ ਮਿਹਨਤ ਨਾਲ ਭਰਪੂਰ ਹੋ ਕੇ ਕਰੀਏ। ਕਿਉਂਕਿ ਪਰਮੇਸ਼ਵਰ ਨੇ ਸਾਨੂੰ ਪ੍ਰਚਾਰ ਕਰਨ ਨੂੰ ਕਿਹਾ ਹੈ, ਇਸ ਲਈ ਸਾਨੂੰ ਜਾ ਕੇ ਸਿਰਫ ਇਹ ਕਹਿੰਦੇ ਹੋਏ ਲੋਕਾਂ ਨੂੰ ਗਿਆਨ ਦੇਣਾ ਚਾਹੀਦਾ ਹੈ ਕਿ ਇਹ ਪਰਮੇਸ਼ਵਰ ਦਾ ਵਚਨ ਹੈ। ਇਸ ਦੇ ਬਾਅਦ ਸਾਨੂੰ ਚਾਹੀਦਾ ਹੈ ਕਿ ਅਸੀਂ ਬਾਕੀ ਸਭ ਪਰਮੇਸ਼ਵਰ ਤੇ ਛੱਡ ਦਈਏ। ਭਾਵੇਂ ਹੀ ਯਹੋਸ਼ੂਆ ਸ਼ਕਤੀਸ਼ਾਲੀ ਹਥਿਆਰਾਂ ਨਾਲ ਸੱਜ ਕੇ ਵੱਡੀ ਗਿਣਤੀ ਵਿੱਚ ਸੈਨਿਕਾਂ ਦੇ ਨਾਲ ਯੁੱਧ ਵਿੱਚ ਜਾਂਦਾ, ਪਰ ਜੇਕਰ ਮੂਸਾ ਆਪਣਾ ਹੱਥ ਨੀਵਾਂ ਕਰਦਾ ਰਹਿੰਦਾ ਤਦ ਯਹੋਸ਼ੂਆ ਅਤੇ ਇਜ਼ਰਾਈਲੀ ਸੈਨਾ ਦੇ ਨਾਲ ਕੀ ਹੋਇਆ ਹੁੰਦਾ? ਉਹ ਆਪਣੇ ਵੈਰੀਆਂ ਤੋਂ ਜਿੱਤ ਨਾ ਪਾਉਂਦੇ। ਸਿਰਫ ਪਰਮੇਸ਼ਵਰ ਹੀ ਸਾਡੀ ਮਦਦ ਕਰ ਸਕਦੇ ਹਨ। ਸਵਰਗ ਤੋਂ ਆਈ ਮਦਦ ਦੇ ਬਿਨਾਂ ਮੁਕਤੀ ਦਾ ਕੰਮ ਅੱਗੇ ਨਹੀਂ ਵੱਧ ਸਕਦਾ। ਕੀ ਇਸ ਗੱਲ ਨੂੰ ਅਸੀਂ ਇਜ਼ਰਾਈਲੀਆਂ ਦੇ ਜੰਗਲ ਵਿੱਚ ਕੀਤੀ 40 ਸਾਲ ਦੀ ਯਾਤਰਾ ਅਤੇ ਇਸ ਯੁੱਗ ਵਿੱਚ ਵਾਪਰ ਰਹੀ ਗੱਲਾਂ ਦੇ ਜ਼ਰੀਏ ਨਹੀਂ ਸਮਝ ਸਕਦੇ? ਅਸੀਂ ਆਪਣੇ ਜੀਵਨ ਵਿੱਚ ਦੂਸਰੀ ਚੀਜ਼ਾਂ ਨੂੰ ਭੁੱਲ ਜਾਂ ਉਹਨਾਂ ਦੀ ਅਣਗਹਿਲੀ ਨਹੀਂ ਕਰ ਸਕਦੇ ਹਾਂ, ਪਰ ਸਾਨੂੰ ਚਾਹੀਦਾ ਹੈ ਕਿ ਅਸੀਂ ਹਰ ਹਾਲਾਤ ਵਿੱਚ ਇਸ ਤਰ੍ਹਾਂ ਦੀ ਗਲਤ ਮਾਨਸਿਕਤਾ ਲਏ ਬਿਨਾਂ ਕਿ ਇਹ ਮੈਂ ਕੀਤਾ ਹੈ, ਪਰਮੇਸ਼ਵਰ ਅਤੇ ਉਹਨਾਂ ਦੇ ਵਚਨਾਂ ਨੂੰ ਯਾਦ ਕਰੀਏ। ਜੇਕਰ ਯਹੋਸ਼ੂਆ ਕਹਿੰਦਾ ਮੈਂ ਉਹ ਹਾਂ ਜਿਸ ਨੇ ਅਮਾਲੇਕੀਆਂ ਦੇ ਵਿਰੁੱਧ ਯੁੱਧ ਵਿੱਚ ਲਗਭਗ ਜਿੱਤ ਹਾਸਿਲ ਕਰ ਲਈ ਹੈ, ਅਤੇ ਉਸ ਪਲ ਨਾਲ ਮੂਸਾ ਆਪਣਾ ਹੱਥ ਨੀਵਾਂ ਕਰਦਾ ਅਤੇ ਸਾਵਧਾਨੀ ਨਾਲ ਖੜੇ ਰਹਿੰਦੇ ਹੋਏ ਕਹਿੰਦਾ, ਠੀਕ ਹੈ ਯਹੋਸ਼ੂਆ, ਸੈਨਾ ਲੈ ਲਵੋ ਅਤੇ ਫਿਰ ਤੋਂ ਅਮਾਲੇਕੀਆਂ ਨਾਲ ਲੜਨ ਦੀ ਕੋਸ਼ਿਸ਼ ਕਰ, ਤਦ ਨਤੀਜਾ ਕੀ ਹੁੰਦਾ? ਉਹ ਇਸ ਤਰ੍ਹਾਂ ਦੀ ਲੜਾਈ ਹੁੰਦੀ ਜਿਸ ਨਾਲ ਉਹ ਕਦੀ ਜਿੱਤ ਨਹੀਂ ਸਕਦੇ ਸੀ। ਭਰਾਵੋ ਅਤੇ ਭੈਣੋ, ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਗੱਲ ਤੇ ਗੌਰ ਕਰੀਏ ਕਿ ਮੁਕਤੀ ਦੀ ਸ਼ਕਤੀ ਕਿੱਥੋਂ ਆਉਂਦੀ ਹੈ। ਇਹ ਮਨੁੱਖ ਦੇ ਤੌਰ ਤਰੀਕੇ ਜਾਂ ਸ਼ਕਤੀ ਨਾਲ ਨਹੀਂ ਹੈ। ਅਸੀਂ ਸਾਰੇ ਪਾਪੀ ਹਾਂ। ਕਿਵੇਂ ਸ਼ਕਤੀ ਨਾਲ ਅਸੀਂ ਪਾਪ ਤੋਂ ਸੰਘਰਸ਼ ਕਰ ਰਹੇ ਦੂਸਰਿਆਂ ਪਾਪੀਆਂ ਨੂੰ ਮੁਕਤੀ ਦੇ ਰਾਹ ਤੇ ਲਿਆ ਸਕਦੇ ਹਾਂ?
ਸਿਰਫ ਉਹ ਜਿਨ੍ਹਾਂ ਨੇ ਪਰਮੇਸ਼ਵਰ ਦੀ ਧਾਰਮਿਕਤਾ ਅਤੇ ਅਪਾਰ ਸ਼ਕਤੀ ਦੇ ਕੱਪੜੇ ਪਾਏ ਹਨ ਅਨੇਕ ਪਾਪੀਆਂ ਨੂੰ ਮੁਕਤੀ ਦੇ ਰਾਹ ਤੇ ਲਿਆ ਸਕਦੇ ਹਨ। ਜਦੋਂ ਅਸੀਂ ਆਪਣੇ ਹੁਨਰ ਨਾਲ ਖੁਸ਼ਖਬਰੀ ਦਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੋਏ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਾਂ, ਤਦ ਸਾਡੇ ਕਿਸੇ ਵੀ ਤਰੀਕੇ, ਸਾਧਨ ਜਾਂ ਔਜ਼ਾਰ ਦਾ ਇਸਤੇਮਾਲ ਕਰਨ ਤੇ ਵੀ ਇਹ ਕੰਮ ਕਦੀ ਵੀ ਪੂਰਾ ਨਹੀਂ ਹੋ ਸਕਦਾ। ਅਸੀਂ ਲਾਲ ਸਮੁੰਦਰ ਦੀ ਘਟਨਾ ਦੇ ਜ਼ਰੀਏ ਇੱਕ ਹੋਰ ਵਾਰ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ। ਇਸ ਦੇ ਵਿਸ਼ੇ ਆਓ ਅਸੀਂ ਗਿਣਤੀ ਅਧਿਆਏ 21 ਵਚਨ 4 ਦੇਖੀਏ। ਤਾਂ ਉਹਨਾਂ ਨੇ ਹੋਰ ਨਾਮੀ ਪਰਬਤ ਤੋਂ ਲਾਲ ਸਮੁੰਦਰ ਥਾਣੀ ਅਦੋਮ ਦੇਸ਼ ਦੇ ਉਦਾਲਿਓ ਦੀ ਕੂਚ ਕੀਤਾ, ਪਰ ਪਰਜਾ ਦੀ ਜਾਨ ਰਾਹ ਦੇ ਕਾਰਨ ਹੁਸ ਗਈ। ਸੋ ਪਰਜਾ ਯਹੋਵਾ ਦੇ ਵਿਰੁੱਧ ਅਤੇ ਮੂਸਾ ਦੇ ਵਿਰੁੱਧ ਬੋਲੀ, ਭਾਈ ਤੁਸੀਂ ਕਿਉਂ ਸਾਨੂੰ ਮਿਸਰ ਤੋਂ ਉਤਾਹਾਂ ਲੈ ਆਏ ਤਾਂ ਜੋ ਅਸੀਂ ਉਜਾੜ ਵਿੱਚ ਮਰੀਏ? ਇੱਥੇ ਨਾ ਰੋਟੀ ਹੈ ਨਾ ਪਾਣੀ ਹੈ, ਸਾਡੀਆਂ ਜਾਨਾਂ ਇਸ ਨਿਕੰਮੀ ਰੋਟੀ ਤੋਂ ਅੱਕ ਗਈਆਂ ਹਨ। ਤਾਂ ਯਹੋਵਾ ਨੇ ਪਰਜਾ ਵਿੱਚ ਅਗਨੀ ਸੱਪ ਘੱਲੇ ਅਤੇ ਉਹਨਾਂ ਨੇ ਲੋਕਾਂ ਨੂੰ ਦੱਸਿਆ, ਤਾਂ ਇਜ਼ਰਾਈਲੀਆਂ ਵਿੱਚੋਂ ਬਹੁਤ ਲੋਕ ਮਰ ਗਏ। ਫਿਰ ਪਰਜਾ ਨੇ ਮੂਸਾ ਕੋਲ ਆਣ ਕੇ ਆਖਿਆ, ਅਸੀਂ ਪਾਪ ਕੀਤਾ ਜੋ ਅਸੀਂ ਤੇਰੇ ਵਿਰੁੱਧ ਅਤੇ ਯਹੋਵਾ ਦੇ ਵਿਰੁੱਧ ਬੋਲੇ। ਹੁਣ ਯਹੋਵਾ ਅੱਗੇ ਬੇਨਤੀ ਕਰ ਕਿ ਉਹ ਸਾਥੋਂ ਇਹ ਸੱਪ ਮੋੜ ਲਵੇ। ਸੋ ਮੂਸਾ ਨੇ ਪਰਜਾ ਲਈ ਬੇਨਤੀ ਕੀਤੀ। ਯਹੋਵਾ ਨੇ ਮੂਸਾ ਨੂੰ ਆਖਿਆ, ਆਪਣੇ ਲਈ ਇੱਕ ਅਗਨੀ ਸੱਪ ਬਣਾ ਕੇ ਉਹਨੂੰ ਇੱਕ ਡੰਡੇ ਉੱਤੇ ਰੱਖ ਦੇ, ਤਾਂ ਇਉਂ ਹੋਵੇਗਾ ਕਿ ਜਿਹੜਾ ਡਸਿਆ ਜਾਵੇ ਉਹਨੂੰ ਵੇਖ ਕੇ ਕੀ ਜਿਉਂਦਾ ਰਹੇਗਾ। ਉਪਰੰਤ ਮੂਸਾ ਨੇ ਇੱਕ ਪਿੱਤਲ ਦਾ ਸੱਪ ਬਣਾ ਕੇ ਉਹਨੂੰ ਡੰਡੇ ਉੱਤੇ ਰੱਖਿਆ, ਤਾਂ ਇਉਂ ਹੋਇਆ ਕਿ ਜਦ ਸੱਪ ਕਿਸੇ ਮਨੁੱਖ ਨੂੰ ਡਸਦਾ ਸੀ ਤਾਂ ਉਹ ਪਿੱਤਲ ਦੇ ਸੱਪ ਵੱਲ ਨਿਗਾਹ ਕਰਕੇ ਜਿਉਂਦਾ ਰਹਿੰਦਾ ਸੀ। ਪਿੱਤਲ ਦੇ ਸੱਪ ਦੀ ਘਟਨਾ ਤੋਂ ਸਿੱਖਣ ਦੇ ਲਈ ਕਾਫੀ ਮਹੱਤਵਪੂਰਨ ਸਬਕ ਹਨ। ਜਦੋਂ ਇਜ਼ਰਾਈਲੀਆਂ ਨੇ ਪਿੱਤਲ ਦੇ ਸੱਪ ਵੱਲ ਦੇਖਿਆ ਤਦ ਉਹ ਜਿਉਂਦੇ ਬਚ ਗਏ, ਪਰ ਉਹਨਾਂ ਨੇ ਰਾਜਾ ਹਿਜਕੀਆ ਦੇ ਸਮੇਂ ਤੱਕ ਲਗਭਗ 800 ਸਾਲ ਤੋਂ ਮੂਰਖਤਾ ਨਾਲ ਭਰ ਕੇ ਉਸ ਪਿੱਤਲ ਦੇ ਸੱਪ ਦੀ ਪੂਜਾ ਕੀਤੀ। ਉਹਨਾਂ ਨੇ ਪਿੱਤਲ ਦੇ ਸੱਪ ਦੀ ਪੂਜਾ ਕਿਉਂ ਕੀਤੀ? ਉਹਨਾਂ ਨੂੰ ਲੱਗਿਆ ਸੀ ਕਿ ਪਿੱਤਲ ਦੇ ਸੱਪ ਨੇ ਹੀ ਉਹਨਾਂ ਨੂੰ ਬਚਾਇਆ ਹੈ। ਸਾਰੇ ਲੋਕ ਇਸ ਤਰ੍ਹਾਂ ਨਾਲ ਵਹਿਮ ਵਿੱਚ ਪੈ ਜਾਂਦੇ ਹਨ। ਜਦੋਂ ਉਹਨਾਂ ਨੇ ਪਰਮੇਸ਼ਵਰ ਨੂੰ ਭੁੱਲ ਕੇ ਸਿਰਫ ਆਪਣੀ ਅੱਖਾਂ ਵਿੱਚ ਦਿਖਾਈ ਦੇਣ ਵਾਲੀ ਗੱਲ ਦਾ ਪਾਲਨ ਕੀਤਾ, ਤਦ ਉਹ ਵਹਿਮ ਵਿੱਚ ਪੈਣ ਲੱਗੇ। ਪਰਮੇਸ਼ਵਰ ਦੇ ਹੁਕਮ ਦੇ ਉਲਟ ਉਹ ਮੂਰਤੀਆਂ ਬਣਾ ਕੇ ਜਿਨ੍ਹਾਂ ਨਾਲ ਪਰਮੇਸ਼ਵਰ ਖੁਸ਼ ਨਹੀਂ ਹੋਏ ਉਹਨਾਂ ਦੀ ਪੂਜਾ ਕਰਨ ਲੱਗੇ। ਕਿ ਅਗਨੀ ਸੱਪਾਂ ਦੇ ਡਸੇ ਹੋਏ ਇਜ਼ਰਾਈਲੀ ਇਸ ਲਈ ਜਿਉਂਦੇ ਬਚ ਗਏ ਕਿਉਂਕਿ ਉਸ ਪਿੱਤਲ ਦੇ ਸੱਪ ਵਿੱਚ ਉਹਨਾਂ ਨੂੰ ਚੰਗਾ ਕਰਨ ਦੀ ਸ਼ਕਤੀ ਸੀ? ਬਿਲਕੁਲ ਨਹੀਂ। ਤਦ ਉਹ ਸ਼ਕਤੀ ਦਾ ਸੋਤਾ ਕੀ ਸੀ ਜਿਸ ਨਾਲ ਉਹ ਠੀਕ ਹੋ ਗਏ? ਉਹ ਪਿੱਤਲ ਦਾ ਸੱਪ ਨਹੀਂ, ਪਰ ਪਰਮੇਸ਼ਵਰ ਦਾ ਵਚਨ ਸੀ। ਜਿਨ੍ਹਾਂ ਨੇ ਕਿਹਾ, ਜੋ ਉਸ ਨੂੰ ਦੇਖ ਲਵੇ ਜਿਉਂਦਾ ਬਚੇਗਾ। ਕਿ ਹਰ ਕੋਈ ਜਿਸ ਨੇ ਵਿਸ਼ਵਾਸ ਦੇ ਨਾਲ ਪਰਮੇਸ਼ਵਰ ਦੇ ਵਚਨ ਦੇ ਪ੍ਰਤੀ ਆਗਿਆਕਾਰੀ ਹੋ ਕੇ ਪਿੱਤਲ ਦੇ ਸੱਪ ਦੇ ਵੱਲ ਦੇਖਿਆ ਸੀ, ਜਿਉਂਦਾ ਨਹੀਂ ਬਚਿਆ। ਅੰਤ ਵਿੱਚ ਮੁਕਤੀ ਦੇ ਹਰ ਕੰਮ ਦੇ ਪਿੱਛੇ ਕੌਣ ਸੀ? ਪਰਮੇਸ਼ਵਰ ਸੀ। ਯਹੋਸ਼ੂਆ ਨੇ ਲੜਾਈ ਵਿੱਚ ਅਮਾਲੇਕੀਆਂ ਨੂੰ ਹਰਾ ਦਿੱਤਾ। ਮੂਸਾ ਨੇ ਆਪਣੀ ਸੋਟੀ ਨਾਲ ਲਾਲ ਸਮੁੰਦਰ ਨੂੰ ਵੰਡ ਦਿੱਤਾ ਅਤੇ ਅਗਨੀ ਸੱਪਾਂ ਦੇ ਡਸੇ ਹੋਏ ਇਜ਼ਰਾਈਲੀ ਠੀਕ ਹੋਏ। ਇਹ ਘਟਨਾਵਾਂ ਸਾਨੂੰ ਪਰਦੇ ਦੇ ਪਿੱਛੇ ਲੁਕੀ ਪਰਮੇਸ਼ਵਰ ਦੀ ਮਦਦ ਨੂੰ ਦਿਖਾਉਂਦੀਆਂ ਹਨ, ਜਿਨ੍ਹਾਂ ਨੇ ਇਹਨਾਂ ਕੰਮਾਂ ਨੂੰ ਪੂਰਾ ਕੀਤਾ ਸੀ। ਇਸ ਗੱਲ ਦੀ ਪੁਸ਼ਟੀ ਕਰਨ ਦੇ ਬਾਅਦ ਇਸ ਯੁੱਗ ਵਿੱਚ ਸਾਨੂੰ ਕਿਸ ਤੇ ਨਿਰਭਰ ਰਹਿਣਾ ਚਾਹੀਦਾ ਹੈ? ਜੇਕਰ ਅਸੀਂ ਕਿਸੇ ਵਿਅਕਤੀ, ਹਾਲਾਤ ਜਾਂ ਕੁਝ ਹਾਲਾਤ ਤੇ ਨਿਰਭਰ ਰਹੀਏ, ਤਦ ਸਾਡਾ ਅੰਤ ਉਹਨਾਂ ਇਜ਼ਰਾਈਲੀਆਂ ਦੇ ਵਾਂਗ ਹੋਵੇਗਾ ਜੋ ਬੁੜਬੁੜਾਉਂਦੇ ਹੋਏ ਜੰਗਲ ਵਿੱਚ ਮਰ ਗਏ। ਖੁਸ਼ਖਬਰੀ ਦਾ ਕੰਮ ਕਰਦੇ ਸਮੇਂ ਸਾਡੇ ਵਿੱਚ ਕਾਫੀ ਮਾਮਲਿਆਂ ਵਿੱਚ ਕਮੀ ਹੋ ਸਕਦੀ ਹੈ ਅਤੇ ਇਸ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਸਾਨੂੰ ਰੋਕਦੀਆਂ ਹਨ। ਪਰ ਉਹ ਕੌਣ ਹੈ ਜਿਸ ਨੇ ਸਾਨੂੰ ਕਿਹਾ, ਮੈਂ ਜਗਤ ਦੇ ਅੰਤ ਤੱਕ ਤੁਹਾਡੇ ਨਾਲ ਹਾਂ? ਇੱਥੋਂ ਤੱਕ ਕਿ ਇੱਕ ਚੁਣੌਤੀ ਨਾਲ ਭਰੀ ਰੁਕਾਵਟ ਨੂੰ ਵੀ ਪਰਮੇਸ਼ਵਰ ਇਸ ਤਰ੍ਹਾਂ ਬਣਾ ਦਿੰਦੇ ਹਨ ਮੰਨੋ ਉਹ ਰੁਕਾਵਟ ਨਾ ਹੋਵੇ, ਅਤੇ ਇਸ ਦੇ ਬਦਲੇ ਇਸ ਨੂੰ ਇਸ ਤਰ੍ਹਾਂ ਦੇ ਸਾਧਨ ਵਿੱਚ ਬਦਲ ਦਿੰਦੇ ਹਨ ਜਿਸ ਨਾਲ ਸਾਨੂੰ ਮਦਦ ਮਿਲਦੀ ਹੈ। ਸਰਵ ਸ਼ਕਤੀਮਾਨ ਪਰਮੇਸ਼ਵਰ ਜਿਨ੍ਹਾਂ ਵਿੱਚ ਇਸ ਤਰ੍ਹਾਂ ਦੀ ਸ਼ਕਤੀ ਹੈ ਹੁਣ ਸਾਡੀ ਮਦਦ ਕਰ ਰਹੇ ਹਨ। ਸਾਨੂੰ ਇਸ ਗੱਲ ਦਾ ਅਹਿਸਾਸ ਕਰਨਾ ਚਾਹੀਦਾ ਹੈ ਕਿ ਪਰਮੇਸ਼ਵਰ ਹੀ ਮੁਕਤੀ ਦਾ ਸੋਤਾ ਹੈ ਅਤੇ ਸਾਨੂੰ ਉਹਨਾਂ ਦੀ ਸ਼ਕਤੀ ਦਿੱਤੀ ਗਈ ਹੈ ਕਿਉਂਕਿ ਉਹ ਸਾਡੇ ਲਈ ਆਪਣੇ ਹੱਥਾਂ ਨੂੰ ਚੁੱਕ ਰਹੇ ਹਨ। ਕਿ ਸਾਨੂੰ ਪਰਮੇਸ਼ਵਰ ਦਾ ਧੰਨਵਾਦ ਅਤੇ ਵਡਿਆਈ ਦਿੰਦੇ ਹੋਏ ਇਸ ਅਹਿਸਾਸ ਨੂੰ ਆਪਣੇ ਦਿਲਾਂ ਵਿੱਚ ਲਿਖਣਾ ਨਹੀਂ ਚਾਹੀਦਾ। ਇਸ ਮਾਮਲੇ ਦੀ ਸਹੀ ਸਮਝ ਦੇਣ ਦੇ ਲਈ ਪਰਮੇਸ਼ਵਰ ਨੇ ਸਾਨੂੰ ਵਿਵਸਥਾ ਸਾਰ ਵਿੱਚ ਇੱਕ ਸਿੱਖਿਆ ਦਿੱਤੀ ਹੈ। ਵਿਵਸਥਾ ਸਾਰ ਅਧਿਆਇ 8 ਵਚਨ 11। ਚੌਕਸ ਰਹੋ ਮਤੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਨੂੰ ਵਿਸਰ ਜਾਓ ਅਤੇ ਉਸ ਦੇ ਹੁਕਮਾਂ, ਕਾਨੂੰਨਾਂ ਅਤੇ ਵਿਧੀਆਂ ਨੂੰ
ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਨਾ ਮੰਨੋ। ਮੂਸਾ ਨੇ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਪਰਮੇਸ਼ਵਰ ਨੂੰ ਕਦੀ ਵੀ ਨਾ ਭੁੱਲੀਏ। ਜੰਗਲ ਵਿੱਚ ਇਜ਼ਰਾਈਲੀਆਂ ਦੀ ਯਾਤਰਾ ਨਾਲ ਜੋ ਮੁੱਖ ਸਿੱਖਿਆਵਾਂ ਸਾਨੂੰ ਸਿੱਖਣੀਆਂ ਚਾਹੀਦੀਆਂ ਹਨ, ਉਹਨਾਂ ਵਿੱਚੋਂ ਇੱਕ ਹੈ ਪਰਮੇਸ਼ਵਰ ਨੂੰ ਕਦੀ ਨਹੀਂ ਭੁੱਲਣਾ। ਜਦੋਂ ਕਦੀ ਉਹਨਾਂ ਦੇ ਸਾਹਮਣੇ ਰੁਕਾਵਟ ਆਈ, ਉਹਨਾਂ ਨੇ ਪਰਮੇਸ਼ਵਰ ਦੀ ਮਦਦ ਪਾਉਣ ਦੇ ਲਈ ਆਪਣੇ ਪੂਰੇ ਮਨ ਨਾਲ ਪ੍ਰਾਰਥਨਾ ਕੀਤੀ। ਜੇਕਰ ਉਹ ਆਪਣੀਆਂ ਪ੍ਰਾਰਥਨਾਵਾਂ ਦਾ ਉੱਤਰ ਪਾਉਂਦੇ ਤਦ ਉਹ ਪਰਮੇਸ਼ਵਰ ਨੂੰ ਸਭ ਕੁਝ ਸਮਰਪਿਤ ਕਰਨ ਦੀ ਸਹੁੰ ਖਾਂਦੇ ਸੀ। ਪਰ ਇੱਕ ਵਾਰ ਜਦੋਂ ਪਰਮੇਸ਼ਵਰ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰ ਦਿੰਦੇ ਸੀ ਤਦ ਉਹਨਾਂ ਦੇ ਮਨ ਬਦਲ ਜਾਂਦੇ ਸੀ। ਧੰਨਵਾਦ ਕਹਿੰਦੇ ਹੋਏ ਪ੍ਰਾਰਥਨਾ ਖਤਮ ਕਰਨ ਤੋਂ ਵੀ ਪਹਿਲਾਂ ਉਹ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਤੋਂ ਹੀ ਬੁੜਬੁੜਾਉਂਦੇ ਸੀ। ਸਾਰੇ ਲੋਕੋ, ਸਾਨੂੰ ਚਾਹੀਦਾ ਹੈ ਕਿ ਅਸੀਂ ਪਰਮੇਸ਼ਵਰ ਨੂੰ ਕਦੀ ਨਾ ਭੁੱਲੀਏ। ਅਸੀਂ ਸਰੀਰ ਪਾ ਕੇ ਇਸ ਧਰਤੀ ਨਾਮ ਦੇ ਗ੍ਰਹਿ ਤੇ ਕਿਉਂ ਆਏ ਹੋਏ ਹਾਂ? ਧਰਤੀ ਤੇ ਸਾਡੇ ਜੀਵਨ ਦਾ ਮਕਸਦ ਕੀ ਹੋਣਾ ਚਾਹੀਦਾ ਹੈ? ਧਰਤੀ ਤੇ ਜੀਵਨ ਦਾ ਅੰਤ ਹੋਣ ਦੇ ਬਾਅਦ ਅਸੀਂ ਕਿੱਥੇ ਜਾਵਾਂਗੇ ਅਤੇ ਸਾਡਾ ਭਵਿੱਖ ਕਿਵੇਂ ਦਾ ਹੋਵੇਗਾ? ਕੀ ਇਹ ਸੱਚ ਨਹੀਂ ਹੈ ਕਿ ਅਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰਾਂ ਨੂੰ ਤਦ ਪਾ ਸਕਦੇ ਹਾਂ ਜਦੋਂ ਅਸੀਂ ਪਰਮੇਸ਼ਵਰ ਨੂੰ ਯਾਦ ਕਰਦੇ ਹਾਂ? ਇਸ ਲਈ ਵਿਵਸਥਾ ਸਾਰ ਅਧਿਆਇ 8 ਵਚਨ 11 ਵਿੱਚ ਪਰਮੇਸ਼ਵਰ ਨੇ ਜ਼ੋਰ ਦਿੱਤਾ ਕਿ ਆਪਣੇ ਪਰਮੇਸ਼ਵਰ ਨੂੰ ਕਦੀ ਨਾ ਭੁੱਲੀ। ਵਚਨ 12, ਅਜਿਹਾ ਨਾ ਹੋਵੇ ਕਿ ਜਦ ਤੁਸੀਂ ਰੱਜ ਕੇ ਖਾਓ ਅਤੇ ਚੰਗੇ ਘਰ ਬਣਾ ਕੇ ਉਹਨਾਂ ਵਿੱਚ ਵਸ ਜਾਓ, ਜਦ ਤੁਹਾਡੇ ਚੋਣੇ ਅਤੇ ਤੁਹਾਡੇ ਇੱਜੜ ਵੱਧ ਜਾਣ ਅਤੇ ਤੁਹਾਡੀ ਚਾਂਦੀ ਸੋਨਾ ਵੱਧ ਜਾਵੇ, ਸਗੋਂ ਤੁਹਾਡਾ ਸਭ ਕੁਝ ਹੀ ਵੱਧ ਜਾਵੇ। ਦੂਸਰੇ ਸ਼ਬਦਾਂ ਵਿੱਚ, ਜਦੋਂ ਤੇਰੇ ਨਾਲ ਸਭ ਕੁਝ ਚੰਗਾ ਹੋਵੇ। ਆਓ ਅਸੀਂ ਵਚਨ 14 ਦੇਖੀਏ। ਤਦ ਤੁਹਾਡੇ ਮਨ ਵਿੱਚ ਹੰਕਾਰ ਆ ਜਾਵੇ ਤੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਨੂੰ ਭੁੱਲ ਜਾਓ। ਜਦੋਂ ਲੋਕਾਂ ਦਾ ਭਲਾ ਹੋਇਆ ਤਦ ਉਹ ਸੋਚਣ ਲੱਗੇ, ਜਦੋਂ ਅਸੀਂ ਖੁਦ ਹਰ ਚੀਜ਼ ਦੀ ਯੋਜਨਾ ਬਣਾਈ ਅਤੇ ਇੱਕ ਦੂਸਰੇ ਦੀ ਮਦਦ ਕੀਤੀ ਤਦ ਸਭ ਕੁਝ ਆਸਾਨੀ ਨਾਲ ਹੋ ਗਿਆ। ਉਹ ਪਰਮੇਸ਼ਵਰ ਨੂੰ ਪੂਰੀ ਤਰ੍ਹਾਂ ਨਾਲ ਭੁੱਲ ਗਏ। ਉਹਨਾਂ ਦੇ ਮਨ ਵਿੱਚ ਪਰਮੇਸ਼ਵਰ ਨੂੰ ਧੰਨਵਾਦ ਦੇਣ ਦਾ ਵਿਚਾਰ ਕਦੀ ਨਹੀਂ ਆਇਆ। ਇਸ ਲਈ ਵਿਵਸਥਾ ਸਾਰ 8 ਵਿੱਚ ਪਰਮੇਸ਼ਵਰ ਨੇ ਚੇਤਾਵਨੀ ਦਿੱਤੀ, ਚੌਕਸ ਰਹੋ ਮਤੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਨੂੰ ਵਿਸਰ ਜਾਓ। ਜੇਕਰ ਅਸੀਂ ਪਰਮੇਸ਼ਵਰ ਨੂੰ ਭੁੱਲ ਜਾਈਏ ਤਦ ਸਾਡੇ ਵਿਸ਼ਵਾਸ ਤੇ ਜੀਵਨ ਦਾ ਅਰਥ ਕੀ ਹੋਵੇਗਾ? ਇਹ ਅਰਥਹੀਣ ਹੋਵੇਗਾ। ਆਓ ਅਸੀਂ ਇੱਕ ਹੋਰ ਵਾਰ ਵਿਵਸਥਾ ਸਾਰ ਅਧਿਆਇ 8 ਵਚਨ 12 ਦੇਖੀਏ। ਅਜਿਹਾ ਨਾ ਹੋਵੇ ਕਿ ਜਦ ਤੁਸੀਂ ਰੱਜ ਕੇ ਖਾਓ ਅਤੇ ਚੰਗੇ ਘਰ ਬਣਾ ਕੇ ਉਹਨਾਂ ਵਿੱਚ ਵਸ ਜਾਓ, ਜਦ ਤੁਹਾਡੇ ਚੋਣੇ ਅਤੇ ਤੁਹਾਡੇ ਇੱਜੜ ਵੱਧ ਜਾਣ ਅਤੇ ਤੁਹਾਡੀ ਚਾਂਦੀ ਸੋਨਾ ਵੱਧ ਜਾਵੇ, ਸਗੋਂ ਤੁਹਾਡਾ ਸਭ ਕੁਝ ਹੀ ਵੱਧ ਜਾਵੇ, ਤਾਂ ਤੁਹਾਡੇ ਮਨ ਵਿੱਚ ਹੰਕਾਰ ਆ ਜਾਵੇ ਅਤੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਨੂੰ ਭੁੱਲ ਜਾਓ, ਜਿਨੇ ਤੁਹਾਨੂੰ ਮਿਸਰ ਦੇਸ਼ ਤੋਂ ਗੁਲਾਮੀ ਦੇ ਘਰ ਤੋਂ ਕੱਢਿਆ ਅਤੇ ਜਿਨੇ ਤੁਹਾਨੂੰ ਵੱਡੀ ਅਤੇ ਭਿਆਨਕ ਉਜਾੜ ਦੇ ਵਿੱਚ ਦੀ ਲਿਆਂਦਾ, ਜਿੱਥੇ ਅਗਨੀ ਸੱਪ ਅਤੇ ਬਿੱਛੂ ਸਨ ਅਤੇ ਸੁੱਕੀ ਜ਼ਮੀਨ ਜਿੱਥੇ ਪਾਣੀ ਨਹੀਂ ਸੀ, ਜਿਨੇ ਤੁਹਾਡੇ ਲਈ ਪਥਰੇਲੀ ਢਿੱਗ ਤੋਂ ਪਾਣੀ ਕੱਢਿਆ, ਜਿਨੇ ਤੁਹਾਨੂੰ ਉਜਾੜ ਵਿੱਚ ਮਨ ਖਿਲਾਇਆ, ਜਿਹਨੂੰ ਤੁਹਾਡੇ ਪਿਓ ਦਾਦਿਆਂ ਨੇ ਨਾ ਜਾਤਾ, ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਤੁਹਾਨੂੰ ਕੀ ਕਰੇ? ਪਰਖੇ। ਜਦੋਂ ਪਰਮੇਸ਼ਵਰ ਨੇ ਉਹਨਾਂ ਨੂੰ ਔਖੇ ਹਾਲਾਤਾਂ ਵਿੱਚ ਪਾ ਦਿੱਤਾ ਤਦ ਉਹ ਹਰ ਵਾਰ ਪਰਮੇਸ਼ਵਰ ਨੂੰ ਭੁੱਲ ਗਏ। ਜਦੋਂ ਉਹਨਾਂ ਨੂੰ ਚੰਗੇ ਹਾਲਾਤ ਦਿੱਤੇ ਗਏ ਤਦ ਉਹ ਵਾਰ-ਵਾਰ ਪਰਮੇਸ਼ਵਰ ਨੂੰ ਭੁੱਲ ਗਏ। ਇਸ ਲਈ ਕਦੀ-ਕਦੀ ਪਰਮੇਸ਼ਵਰ ਨੇ ਉਹਨਾਂ ਨੂੰ ਭੁੱਖਾ ਹੋਣ ਦਿੱਤਾ, ਬੰਜਰ ਜ਼ਮੀਨ ਵਿੱਚ ਲੈ ਗਏ ਅਤੇ ਇਸ ਤਰ੍ਹਾਂ ਦੇ ਹਾਲਾਤ ਵਿੱਚ ਪਾ ਦਿੱਤਾ ਜਿੱਥੇ ਮਿਸਰ ਦੇ ਰਾਜਾ ਫਿਰੌਨ ਅਤੇ ਮਿਸਰੀ ਸੈਨਾ ਨੇ ਉਹਨਾਂ ਦਾ ਪਿੱਛਾ ਕੀਤਾ। ਜੇਕਰ ਪਰਮੇਸ਼ਵਰ ਨੇ ਲਾਲ ਸਮੁੰਦਰ ਨੂੰ ਪਹਿਲਾਂ ਤੋਂ ਹੀ ਵੰਡ ਦਿੱਤਾ ਹੁੰਦਾ ਤਦ ਉਹਨਾਂ ਨੂੰ ਬੇਚੈਨ ਮਨ ਨਾਲ ਭੱਜਣਾ ਨਾ ਪੈਂਦਾ। ਉਹਨਾਂ ਨੂੰ ਪਰਮੇਸ਼ਵਰ ਦੁਆਰਾ ਦਿੱਤੇ ਹੋਏ ਹਰੇਕ ਹਾਲਾਤ ਦੇ ਪਿੱਛੇ ਕੀ ਮਕਸਦ ਸੀ? ਇਹ ਉਹਨਾਂ ਨੂੰ ਨਰਮ ਬਣਾਉਣਾ ਅਤੇ ਉਹਨਾਂ ਦੀ ਪ੍ਰੀਖਿਆ ਕਰਨਾ ਸੀ, ਤੁਹਾਨੂੰ ਪਰਖੇ ਅਤੇ ਅੰਤ ਵਿੱਚ ਤੁਹਾਡਾ ਭਲਾ ਕਰੇ। ਮਤੇ ਤੁਸੀਂ ਆਪਣੇ ਮਨ ਵਿੱਚ ਆਖੋ ਕਿ ਸਾਡੇ ਬਲ ਅਤੇ ਸਾਡੇ ਹੱਥਾਂ ਦੀ ਸ਼ਕਤੀ ਨੇ ਇਹ ਧਨ ਕਮਾਇਆ ਹੈ, ਪਰ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਨੂੰ ਯਾਦ ਰੱਖੋ, ਕਿਉਂ ਜੋ ਉਹੀ ਤੁਹਾਨੂੰ ਬਲ ਦਿੰਦਾ ਹੈ ਕਿ ਤੁਸੀਂ ਧਨ ਕਮਾਓ, ਤਾਂ ਜੋ ਉਹ ਆਪਣਾ ਨੇਮ ਕਾਇਮ ਰੱਖੇ, ਜਿਹਦੀ ਸਹੁੰ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਸੀ, ਜਿਵੇਂ ਅੱਜ ਦੇ ਦਿਨ ਹੈ। ਪਰਮੇਸ਼ਵਰ ਨੇ ਸਾਡੇ ਵਰਗੇ ਮਨੁੱਖਾਂ ਦੀ ਸ੍ਰਿਸ਼ਟੀ ਕੀਤੀ। ਪਰਮੇਸ਼ਵਰ ਮਨੁੱਖ ਜਾਤੀ ਦੇ ਸੁਭਾਅ ਅਤੇ ਵਿਸ਼ੇਸ਼ਤਾਵਾਂ ਨੂੰ ਸਭ ਤੋਂ ਚੰਗੀ ਤਰ੍ਹਾਂ ਨਾਲ ਜਾਣਦੇ ਹਨ, ਕਿਉਂਕਿ ਪਰਮੇਸ਼ਵਰ ਨੂੰ ਹੋਣ ਵਾਲੀ ਗੱਲ ਦਾ ਗਿਆਨ ਹੈ। ਇਸ ਲਈ ਉਹਨਾਂ ਨੇ ਕਿਹਾ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੇਰਾ ਸੋਨਾ ਚਾਂਦੀ ਵੱਧ ਜਾਵੇ ਅਤੇ ਤੇਰੇ ਨਾਲ ਸਭ ਕੁਝ ਚੰਗਾ ਹੋਵੇ ਅਤੇ ਤੂੰ ਪਰਮੇਸ਼ਵਰ ਨੂੰ ਭੁੱਲ ਜਾਵੇਂ। ਦਰਅਸਲ ਅਸੀਂ ਸਾਰੇ ਇਸ ਤਰ੍ਹਾਂ ਦੇ ਹਾਲਾਤ ਵਿੱਚ ਹਾਂ। ਪਿਛਲੇ ਸਾਲ ਪਰਮੇਸ਼ਵਰ ਦੀ ਆਸ਼ੀਸ਼ ਨਾਲ ਵਿਸ਼ਵ ਭਰ ਵਿੱਚ ਅਣਗਿਣਤ ਸਿਯੋਨ ਦੀ ਸਥਾਪਨਾ ਹੋਈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸ ਤਰ੍ਹਾਂ ਦੀ ਆਸ਼ੀਸ਼ ਦੀ ਇਜਾਜ਼ਤ ਕਿਸਨੇ ਦਿੱਤੀ। ਜਿਵੇਂ ਅਸੀਂ ਇਸ ਸਾਲ ਪਰਮੇਸ਼ਵਰ ਦੀ ਆਸ਼ੀਸ਼ ਅਤੇ ਕਿਰਪਾ ਵਿੱਚ ਰਹਿ ਰਹੇ ਹਾਂ, ਸਾਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਨੂੰ ਜੋ ਹੁਣ ਤੱਕ ਇਸ ਬਾੜੇ ਦੇ ਨਹੀਂ, ਮੁਕਤੀ ਦੇ ਰਾਹ ਤੇ ਜਲਦੀ ਨਾਲ ਲੈ ਆਈਏ। ਪਰਮੇਸ਼ਵਰ ਦਾ ਦਿਲ ਉਸ ਸਮੇਂ ਜ਼ਿਆਦਾ ਦੁਖੀ ਹੁੰਦਾ ਹੈ ਜਦੋਂ ਅਸੀਂ ਸੋਚਣ ਲੱਗਦੇ ਹਾਂ ਕਿ ਖੁਸ਼ਖਬਰੀ ਦਾ ਕੰਮ ਸਾਡੇ ਹੁਨਰ ਨਾਲ ਪੂਰਾ ਹੋਇਆ। ਹੁਣ ਤੱਕ ਪਰਮੇਸ਼ਵਰ ਨੇ ਸਾਡੇ ਲਈ ਹਰ ਨੁਕਸਾਨ ਨੂੰ ਰੋਕਿਆ ਹੈ।
ਇਸ ਤਰ੍ਹਾਂ ਦੀ ਹਰ ਚੀਜ਼ ਤੋਂ ਸਾਡੀ ਰੱਖਿਆ ਕੀਤੀ ਹੈ ਜੋ ਸਮੱਸਿਆ ਬਣਨ ਵਾਲੀ ਸੀ, ਅਤੇ ਉਸ ਥਾਂ ਨੂੰ ਜਿਸ ਨੂੰ ਅਸੀਂ ਰੁਕਾਵਟ ਮੰਨਿਆ ਸੀ, ਰਾਹ ਬਣਾ ਕੇ ਸਾਨੂੰ ਸੁਰੱਖਿਅਤ ਰੂਪ ਨਾਲ ਪਾਰ ਕਰਵਾਇਆ ਹੈ। ਪਰ ਅਸੀਂ ਅਕਸਰ ਸੋਚਿਆ ਕਿ ਅਸੀਂ ਆਪਣੇ ਹੀ ਹੁਨਰ ਨਾਲ ਦੂਸਰੇ ਪਾਸੇ ਪਹੁੰਚੇ ਹਾਂ। ਕੀ ਹੋਵੇਗਾ ਜੇਕਰ ਪਰਮੇਸ਼ਵਰ ਸਾਨੂੰ ਸਾਡੇ ਆਪਣੇ ਹੁਨਰ ਨਾਲ ਹੀ ਸਭ ਕੁਝ ਕਰਨ ਨੂੰ ਕਹਿ ਕੇ ਮਦਦ ਕਰਨਾ ਬੰਦ ਕਰ ਦਿੰਦੇ? ਤਦ ਅਸੀਂ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਾਂਗੇ। ਪਰਮੇਸ਼ਵਰ ਸਿਯੋਨ ਵਿੱਚ ਨਿਵਾਸ ਕਰਦੇ ਹਨ। ਇੱਥੇ ਸਿਰਫ ਪਿਤਾ ਪਰਮੇਸ਼ਵਰ ਹੀ ਨਹੀਂ, ਪਰ ਮਾਤਾ ਪਰਮੇਸ਼ਵਰ ਵੀ ਰਹਿੰਦੇ ਹਨ। ਖੁਸ਼ਖਬਰੀ ਦੀ ਅਗਵਾਈ ਕਰਦੇ ਹਨ, ਅਤੇ ਜਦੋਂ ਕਦੀ ਅਸੀਂ ਥੱਕੇ ਹਾਰੇ ਹੁੰਦੇ ਹਾਂ ਤਦ ਸਾਨੂੰ ਉਤਸ਼ਾਹਿਤ ਅਤੇ ਸ਼ਕਤੀ ਨਾਲ ਭਰਦੇ ਹਨ। ਕਿ ਇਸ ਲਈ ਹੁਣ ਤੱਕ ਵੀ ਅਸੀਂ ਸਾਮਰੀਆ ਅਤੇ ਧਰਤੀ ਦੀ ਹੱਦ ਤੱਕ ਪ੍ਰਚਾਰ ਕਰਨ ਦੇ ਮਿਸ਼ਨ ਨੂੰ ਅੱਗੇ ਵਧਾ ਨਹੀਂ ਸਕਦੇ? ਸਭ ਕੁਝ ਪਰਮੇਸ਼ਵਰ ਦੀ ਸ਼ਕਤੀ ਨਾਲ ਹੋਇਆ, ਮੇਰੇ ਹੁਨਰ ਨਾਲ ਨਹੀਂ। ਇਸ ਲਈ ਸਾਨੂੰ ਸਿਯੋਨ ਦੀ ਇਸ ਤਰ੍ਹਾਂ ਦੀ ਸੰਤਾਨ ਬਣਨ ਦਿਓ ਜੋ ਪਰਮੇਸ਼ਵਰ ਦੇ ਕੰਮ ਨੂੰ ਮਿਹਨਤ ਨਾਲ ਭਰ ਕੇ ਪੂਰਾ ਕਰਦੀ ਹੈ। ਪਿਤਾ ਅਤੇ ਮਾਤਾ ਜੀ ਦੇ ਸਾਹਮਣੇ ਇਸ ਪ੍ਰਕਾਰ ਦੀ ਪ੍ਰਾਰਥਨਾ ਦੇ ਨਾਲ ਆਓ ਅਸੀਂ ਇਸ ਸਾਲ ਵੀ ਖੁਸ਼ਖਬਰੀ ਦੇ ਕੰਮ ਨੂੰ ਅੱਗੇ ਵਧਾਈਏ। ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਸਭ ਕੁਝ ਆਪਣੇ ਹੁਨਰ ਨਾਲ ਹਾਸਿਲ ਕਰ ਸਕਦੇ ਹਾਂ, ਉਹਨਾਂ ਨਾਲ ਪਰਮੇਸ਼ਵਰ ਪਹਿਲਾ ਕੁਰਿੰਥੀਓ 4 ਵਿੱਚ ਕਹਿੰਦੇ ਹਨ, ਪਹਿਲਾ ਕੁਰਿੰਥੀਓ ਅਧਿਆਇ 4 ਵਚਨ 7, ਕਿਉਂ ਜੋ ਤੈਨੂੰ ਦੂਏ ਤੋਂ ਭਿੰਨ ਕੌਣ ਕਰਦਾ ਹੈ? ਅਤੇ ਤੇਰੇ ਕੋਲ ਕੀ ਹੈ ਜੋ ਤੈਂ ਦੂਏ ਤੋਂ ਨਹੀਂ ਲਿਆ? ਪਰ ਜੇ ਤੈਂ ਲਿਆ ਵੀ ਦੂਏ ਤੋਂ ਤਾਂ ਅਭਿਮਾਨ ਕਾਹਨੂੰ ਕਰਦਾ ਹੈ? ਭਈ ਜਾਣੀਦਾ ਲਿਆ ਹੀ ਨਹੀਂ। ਜਦੋਂ ਇਜ਼ਰਾਈਲੀ ਸੰਘਰਸ਼ ਕਰ ਰਹੇ ਸੀ ਤਦ ਪਰਮੇਸ਼ਵਰ ਨੇ ਉਹਨਾਂ ਦੇ ਲਈ ਸਭ ਕੁਝ ਕਰ ਦਿੱਤਾ ਅਤੇ ਜਿੱਤਣ ਦਾ ਰਾਹ ਵੀ ਖੋਲ ਦਿੱਤਾ। ਜਦੋਂ ਉਹਨਾਂ ਨੂੰ ਹੋਰ ਵੀ ਵੱਡੇ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਿਆ ਤਦ ਪਰਮੇਸ਼ਵਰ ਨੇ ਰੁਕਾਵਟਾਂ ਨੂੰ ਇਸ ਤਰ੍ਹਾਂ ਦੇ ਸਾਧਨਾਂ ਦੇ ਰੂਪ ਵਿੱਚ ਬਦਲ ਦਿੱਤਾ ਜਿਨ੍ਹਾਂ ਨਾਲ ਉਹਨਾਂ ਨੂੰ ਚੁਣੌਤੀਆਂ ਨੂੰ ਪਾਰ ਕਰਨ ਵਿੱਚ ਵੱਡੀ ਮਦਦ ਮਿਲੀ। ਕਿ ਜੰਗਲ ਵਿੱਚ 40 ਸਾਲ ਦੀ ਯਾਤਰਾ ਦੇ ਦੌਰਾਨ ਇਸ ਤਰ੍ਹਾਂ ਹੀ ਨਹੀਂ ਹੋਇਆ ਸੀ। ਇਜ਼ਰਾਈਲੀਆਂ ਤੋਂ ਸਿੱਖਦੇ ਹੋਏ ਸਾਨੂੰ ਚਾਹੀਦਾ ਹੈ ਕਿ ਅਸੀਂ ਜੋ ਵਿਸ਼ਵਾਸ ਦੇ ਜੰਗਲ ਵਿੱਚ ਚੱਲ ਰਹੇ ਹਾਂ, ਪਰਮੇਸ਼ਵਰ ਨੂੰ ਕਦੀ ਨਾ ਭੁੱਲੀਏ। ਹਰ ਵੇਲੇ ਪਰਮੇਸ਼ਵਰ ਨੂੰ ਯਾਦ ਕਰਨ ਦਾ ਵਿਸ਼ਵਾਸ ਰੱਖੀਏ। ਅਸੀਂ ਸੋਚਿਆ ਸੀ ਅਲਾਸਕਾ ਵਰਗੀ ਠੰਡੀ ਜਗ੍ਹਾ ਵਿੱਚ ਖੁਸ਼ਖਬਰੀ ਪ੍ਰਚਾਰ ਭਲਾ ਕਿਵੇਂ ਹੋ ਸਕਦੀ ਹੈ। ਇਹ ਬਹੁਤ ਹੀ ਅਦਭੁਤ ਗੱਲ ਹੈ ਕਿ ਐਸਕੀਮੋ ਵੀ ਸੱਚ ਸਵੀਕਾਰ ਕਰਕੇ ਸਿਯੋਨ ਆਏ। ਕੀ ਇਹ ਅਦਭੁਤ ਗੱਲ ਨਹੀਂ ਕਿ ਖੁਸ਼ਖਬਰੀ ਉਨੀ ਦੂਰੀ ਤੱਕ ਪਹੁੰਚ ਚੁੱਕੀ ਹੈ? ਹੁਣ ਹਿਮਾਲਿਆ ਦੇ ਸੇਰਤੁੰਗ ਪਿੰਡ ਅਤੇ ਉੱਚੀ ਪਹਾੜੀ ਵਾਲੇ ਇਲਾਕਿਆਂ ਵਿੱਚ ਵੀ ਸਿਯੋਨ ਦੀ ਸਥਾਪਨਾ ਹੋਈ ਹੈ। ਪਹਿਲਾਂ ਅਸੀਂ ਕਦੀ ਕਲਪਨਾ ਤੱਕ ਨਹੀਂ ਕੀਤੀ ਸੀ ਕਿ ਇਸ ਤਰ੍ਹਾਂ ਦੇ ਦੂਰ ਖੇਤਰਾਂ ਵਿੱਚ ਵੀ ਖੁਸ਼ਖਬਰੀ ਦਾ ਪ੍ਰਚਾਰ ਹੋਵੇਗਾ। ਪਹਿਲਾਂ ਅਸੀਂ ਆਸਾਨੀ ਨਾਲ ਸੋਚਿਆ ਕਿਉਂਕਿ ਸਾਮਰੀਆ ਅਤੇ ਧਰਤੀ ਦੀ ਹੱਦ ਤੱਕ ਕਿਹਾ ਗਿਆ ਹੈ, ਇਸ ਲਈ ਸਾਡੇ ਕੁਝ ਹੀ ਜਾਤੀ ਦੇ ਲੋਕਾਂ ਨੂੰ ਪ੍ਰਚਾਰ ਕਰਨ ਦੇ ਬਾਅਦ ਖੁਸ਼ਖਬਰੀ ਪੂਰੀ ਹੋ ਜਾਵੇਗੀ। ਪਰ ਪਰਮੇਸ਼ਵਰ ਨੇ ਸਾਨੂੰ ਜਿੱਥੇ ਕਿਤੇ ਹੋਣ ਤੇ ਵੀ ਜਦੋਂ ਤੱਕ ਉੱਥੇ ਪਰਮੇਸ਼ਵਰ ਦੀ ਸੰਤਾਨ ਸੀ, ਸਾਡੇ ਕਦਮਾਂ ਨੂੰ ਉਹਨਾਂ ਖੇਤਰਾਂ ਤੱਕ ਵਧਾਇਆ। ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਨ ਦੇ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ। ਸਾਰੀ ਸ਼ਕਤੀ ਦਾ ਸੋਤਾ ਕਿਸੇ ਵਿਅਕਤੀ ਦਾ ਹੁਨਰ ਨਹੀਂ ਹੈ। ਪਰਮੇਸ਼ਵਰ ਦੇ ਰਾਹ ਖੋਲ ਦੇਣ ਤੇ ਹੀ ਸ਼ਕਤੀ ਪ੍ਰਦਰਸ਼ਿਤ ਹੁੰਦੀ ਹੈ। ਭਾਵੇਂ ਹੀ ਯਹੋਸ਼ੂਆ ਦੀਆਂ ਬਾਹਾਂ ਮਜ਼ਬੂਤ ਹੁੰਦੀਆਂ ਅਤੇ ਉਸ ਦੀ ਰਣਨੀਤੀ ਜ਼ਬਰਦਸਤ ਹੁੰਦੀ, ਸਿਰਫ ਮੂਸਾ ਦੇ ਆਪਣੇ ਹੱਥ ਚੁੱਕੀ ਰੱਖਣ ਨਾਲ ਹੀ ਉਹ ਲੜਾਈ ਜਿੱਤ ਸਕਦੇ ਸੀ। ਆਓ ਅਸੀਂ ਇਸ ਗੱਲ ਨੂੰ ਕਦੀ ਨਾ ਭੁੱਲੀਏ ਅਤੇ ਸਾਮਰੀਆ ਅਤੇ ਧਰਤੀ ਦੀ ਹੱਦ ਤੱਕ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੇ ਲਈ ਪਰਮੇਸ਼ਵਰ ਦੀ ਮਦਦ ਪਾਉਣ ਦੇ ਲਈ ਪ੍ਰਾਰਥਨਾ ਕਰੀਏ। ਪਿਤਾ ਅਤੇ ਮਾਤਾ ਜੀ, ਅੱਜ ਵੀ ਸਾਡੇ ਨਾਲ ਰਹਿ ਕੇ ਸਾਡੀ ਮਦਦ ਕਰ ਦਿਓ। ਤੁਹਾਡੀ ਮਦਦ ਬਿਨਾਂ ਅਸੀਂ ਹਜ਼ਾਰਾਂ ਸਾਲਾਂ ਦੇ ਬਾਅਦ ਵੀ ਲਾਲ ਸਮੁੰਦਰ ਦਾ ਪਾਣੀ ਹਟਾ ਨਹੀਂ ਸਕਦੇ। ਪਰ ਜਦੋਂ ਪਰਮੇਸ਼ਵਰ ਨੇ ਇਸ ਤਰ੍ਹਾਂ ਕੀਤਾ ਤਦ ਮੂਸਾ ਦੇ ਆਪਣੇ ਹੱਥ ਨੂੰ ਵਧਾਉਣ ਦੇ ਤੁਰੰਤ ਬਾਅਦ ਰਾਹ ਵਿਛਾਇਆ ਗਿਆ ਅਤੇ ਜੋ ਰੁਕਾਵਟ ਲੱਗ ਰਹੀ ਸੀ ਉਹ ਸ਼ਾਰਟਕਟ ਬਣ ਗਿਆ। ਪਿਤਾ ਅਤੇ ਮਾਤਾ ਜੀ, ਅੱਜ ਵੀ ਸਾਡੇ ਨਾਲ ਰਹਿ ਕੇ ਸਾਡੀ ਮਦਦ ਕਰ ਦਿਓ ਕਿਉਂਕਿ ਤੁਸੀਂ ਸਾਡੇ ਨਾਲ ਜਗਤ ਦੇ ਅੰਤ ਤੱਕ ਰਹਿਣ ਦਾ ਵਾਅਦਾ ਕੀਤਾ ਹੈ। ਇਸ ਲਈ ਅੰਤ ਤੱਕ ਸਵਰਗ ਦੇ ਰਾਜ ਤੱਕ ਵੀ ਸਾਡੇ ਨਾਲ ਰਹੋ। ਸਾਨੂੰ ਸ਼ਕਤੀ ਦਿਓ। ਆਓ ਅਸੀਂ ਹਮੇਸ਼ਾ ਇਸ ਤਰ੍ਹਾਂ ਨਾਲ ਪ੍ਰਾਰਥਨਾ ਕਰਦੇ ਹੋਏ ਖੁਸ਼ਖਬਰੀ ਦੇ ਕੰਮ ਨੂੰ ਅੱਗੇ ਵਧਾਈਏ। ਆਓ ਅਸੀਂ ਹਰ ਗੱਲ ਵਿੱਚ ਸਿਰਫ ਪਿਤਾ ਅਤੇ ਮਾਤਾ ਜੀ ਤੇ ਨਿਰਭਰ ਰਹੀਏ, ਇਹ ਆਸ ਕਰਦੇ ਹੋਏ ਕਿ ਤੁਸੀਂ ਖੁਸ਼ੀ ਅਤੇ ਆਗਿਆਕਾਰੀਤਾ ਦੇ ਨਾਲ ਸਵਰਗ ਦੇ ਰਾਜ ਤੱਕ ਪਿਤਾ ਅਤੇ ਮਾਤਾ ਜੀ ਦੀ ਅਗਵਾਈ ਦਾ ਪਾਲਨ ਕਰੋਗੇ। ਮੈਂ ਅੱਜ ਦਾ ਉਪਦੇਸ਼ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।